ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾਹ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਤੂੰ ਜੀਵਨ ਤੂੰ ਪ੍ਰਾਨ ਆਧਾਰਾ, ਤੁਝ ਹੀ ਪੇਖ ਪੇਖ ਮਨ ਸਾਧਾਰਾ। ਤੂੰ ਜੀਵਨ ਤੂੰ ਪ੍ਰਾਨ ਆਧਾਰਾ, ਤੁਝ ਹੀ ਪੇਖ ਪੇਖ ਮਨ ਸਾਧਾਰਾ। ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿਤੈ ਨ ਬਿਸਰਹਿ ਕਾਹੂੰ ਬੇਰਾ। ਰਹਾ ਬੈ ਖਰੀਦ ਹਉ ਦਾਸੁਰੋ ਤੇਰਾ, ਤੂੰ ਪਹਾਰੋ ਠਾਕੁਰ ਗੁਣੀ ਗਹਿਰਾ। ਕੋਟ ਦਾਸ ਜਾਂ ਕੈ ਦਰਬਾਰੇ, ਨਿਮਖ ਨਿਮਖ ਵਸੈ ਤਿਨ ਨਾਲੇ। ਹਉ ਕਿਛ ਨਾਹੀ ਸਭ ਕਿਛ ਤੇਰਾ, ਹੋਤ ਪੋਤ ਨਾਨਕ ਸੰਗ ਬਸੇਰਾ। ਹਉ ਕਿਛ ਨਾਹੀ ਸਭ ਕਿਛ ਤੇਰਾ, ਹੋਤ ਪੋਤ ਨਾਨਕ ਸੰਗ ਬਸੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਰ ਅਪਾਰ ਬਖਸ਼ਿਸ਼, ਅਸੀਂ ਮਨੁੱਖੀ ਜੀਵਨ ਦਾ ਇਹ ਸ਼ੁਭ ਅਵਸਰ ਮਾਣ ਰਹੇ ਹਾਂ। ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਦਾ ਦੀਵਾਨ ਚੱਲ ਰਿਹਾ ਹੈ। ਇਸ ਦੀਵਾਨ ਅੰਦਰ ਰਹਿਰਾਸ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਕੀਰਤਨ ਦੀ ਚੌਂਕੀ ਅਜੇ ਹੁਣੇ ਉਹਦਾ ਸਮਾਪਨ ਹੋਇਆ ਹੈ। ਜੋ ਲੜੀਵਾਰ ਗੁਰਬਾਣੀ ਵਿਆਖਿਆਨ ਹੁੰਦਾ ਆ, ਖਾਸ ਕਰਕੇ ਇਸ ਸਮੇਂ ਇਹਦੇ ਵਿੱਚ ਸੂਹੀ ਰਾਗ ਦੇ ਬਚਨ
ਗੁਰੂ ਅਰਜਨ ਸਾਹਿਬ ਜੀ ਦਾ ਸੰਦੇਸ਼ ਅਸੀਂ ਲਗਾਤਾਰਤਾ ਨਾਲ ਵਿਚਾਰ ਰਹੇ ਹਾਂ। ਆਪ ਜੀ ਨੇ ਇਸ ਪਾਵਨ ਬਾਣੀ ਵਿੱਚੋਂ ਅਗਲੇਰਾ ਸ਼ਬਦ ਅਜੇ ਹੁਣੇ ਪਾਠ ਰੂਪ ਵਿੱਚ ਸਰਵਨ ਕੀਤਾ ਹੈ। ਹਮੇਸ਼ਾ ਦੀ ਤਰ੍ਹਾਂ ਵਿਚਾਰ ਦਾ ਆਗਾਜ਼ ਰਹਾਉ ਦੇ ਪਦੇ ਤੋਂ ਕਰਦੇ ਹਾਂ। ਸਭ ਜ਼ਿਕਰ ਕਰਦੇ ਨੇ, ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿਤੈ ਨਾ ਬਿਸਰਹਿ ਕਾਹੂ ਬੇਰਾ ਰਹਾਉ। ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਜਿਹਨੂੰ ਅਸੀਂ ਮੇਰ ਦਾ ਰਿਸ਼ਤਾ ਕਹਿੰਦੇ ਹਾਂ। ਅੱਜ ਅਸੀਂ ਕੋਵਿਡ-19 ਦੀ ਸਿਚੁਏਸ਼ਨ ਵਿੱਚੋਂ ਗੁਜ਼ਰ ਰਹੇ ਹਾਂ। ਐਂਡ ਇਨ ਦਿਸ ਐਕਚੁਅਲੀ situation we can easily understand what does ਮੇਰ ਜਾਂ ਜਿਹਨੂੰ ਅਸੀਂ ਆਪਣਤ ਕਹਿੰਦੇ ਹਾਂ, ਜਾਂ ਜਿਹਨੂੰ ਅਸੀਂ our very dear and near, very closest ਜਿਹਨੂੰ ਅਸੀਂ ਗਿਣਦੇ ਹਾਂ, ਉਹ ਕੀ ਹੁੰਦੇ ਨੇ। ਉਹਨਾਂ ਦੇ ਬਾਰੇ ਅਸੀਂ ਫਿਕਰਮੰਦ ਹੁੰਦੇ ਹਾਂ, ਅਸੀਂ ਉਹਨਾਂ ਨੂੰ ਸਨੇਹ ਕਰਦੇ ਹਾਂ, ਉਹਨਾਂ ਦੀ ਕੇਅਰ ਕਰਦੇ ਹਾਂ। ਇਹ ਚੀਜ਼ਾਂ ਸਾਡੇ ਜ਼ਿਹਨ ਵਿੱਚ ਆਉਂਦੀਆਂ ਨੇ। ਫਿਰ ਇਕੱਲਾ ਹੀ ਨਹੀਂ, ਪ੍ਰੀਤ ਦੀ ਜਿਹੜੀ ਇਹ ਤੰਦ ਆ, ਇਹ ਜਿਹੜਾ ਰਿਸ਼ਤਾ ਹੁੰਦਾ ਆ, ਅਸੀਂ ਉਹਨਾਂ ਦੀ ਗੱਲ ਵੀ ਸੁਣਦੇ ਹਾਂ। ਅਸੀਂ ਇਹ ਵੀ ਧਿਆਨ ਰੱਖਦੇ ਹਾਂ ਕਿ ਜੋ ਉਹਨਾਂ ਨੂੰ ਚੀਜ਼ ਹਰਟ ਕਰੇ ਅਸੀਂ ਨਾ ਕਰੀਏ। ਦੈਟ ਇਜ਼ ਪ੍ਰੀਤ, ਦੈਟ ਇਜ਼ ਸਨੇਹ, ਦੈਟ ਇਜ਼ ਮੁਹੱਬਤ। ਇਹ ਹੈ ਖਲੂਸ। ਇਸ ਸਾਰੇ ਦੇ ਵਿੱਚ ਬੀਇੰਗ ਏ ਹਿਊਮਨ, ਮਨੁੱਖ ਰੂਪ ਹੋਣ ਕਰਕੇ ਕੁਦਰਤ ਨੇ ਦੂਸਰੇ ਸਾਰੇ ਕ੍ਰੀਚਰ ਵਰਲਡ ਨਾਲੋਂ ਸਾਨੂੰ ਜ਼ਿਆਦਾ ਆਟੋਨਮੀ ਬਖਸ਼ੀ ਹੈ। ਵੀ ਆਰ ਐਕਚੁਅਲੀ ਮੋਰ, we enjoy more autonomy. We are more having actually power in our own hands. We can make decision according to our own wishes. We can do or we can create our own world, our own actions, ਜਿਵੇਂ ਸਾਡੀਆਂ ਇੱਛਾਵਾਂ ਹੁੰਦੀਆਂ ਨੇ। ਇਸ ਸਾਰੇ ਦੇ ਵਿੱਚ ਜਦੋਂ ਅਸੀਂ ਇਸ ਤਰੀਕੇ ਨਾਲ ਜੀਨੇ ਹਾਂ, ਹਾਲਾਂਕਿ ਜਿਹਨੂੰ ਵਾਈਲਡਨੈਸ ਅਸੀਂ ਕਹਿੰਦੇ ਸੀਗੇ, ਜੰਗਲੀ ਹੋ ਜਾਣਾ, ਜੰਗਲ ਵਿੱਚ ਚਲੇ ਜਾਣਾ, ਉਸ ਇਸ ਕਿ ਹਿਊਮਨ ਲਾਈਫ ਨੂੰ ਉੱਥੇ ਡਰ ਹੁੰਦਾ ਸੀ। ਦੇਰ ਵਰ ਐਕਚੁਅਲੀ ਟਾਈਮ ਇਨ ਹਿਸਟੋਰੀਕਲੀ ਵੀ ਕੈਨ ਸੀ, ਜਦੋਂ ਮਨੁੱਖ ਨੂੰ ਡਰ ਸੀਗਾ ਜੰਗਲੀ ਜਾਨਵਰਾਂ ਤੋਂ, ਉਹ ਮਾਰ ਸਕਦੇ ਸੀ, ਉਹ ਖ਼ਤਮ ਕਰ ਸਕਦੇ ਸੀ ਸਾਰੇ ਰੂਪ ਦੇ ਵਿੱਚ। ਮਨੁੱਖ ਕਰਦਿਆਂ ਕਰਦਿਆਂ ਉਸ ਲੈਵਲ 'ਤੇ ਆ ਗਿਆ ਜਿੱਥੇ ਇਹਨੇ ਇਹੋ ਜਿਹੀ ਦੁਨੀਆ ਇਜਾਦ ਕਰ ਲਈ ਜਿਹਦੇ ਵਿੱਚ ਇਹਦੇ ਕੋਲ ਐਨਫ ਪਾਵਰ ਆ ਗਈ, ਸਮਰੱਥਾ ਆ ਗਈ, ਅਤੇ ਇਹਨੇ ਬਲਕਿ ਦੂਸਰਾ ਜਿਹੜਾ ਸਾਰਾ ਕ੍ਰੀਚਰ ਵਰਲਡ ਸੀਗਾ ਉਹ ਡਰਾ ਦਿੱਤਾ। ਅੱਜ ਜੋ ਜੰਗਲ ਦੀ ਖਾਸ ਕਰਕੇ ਸਾਰੇ ਦਾ ਸਾਰਾ ਕ੍ਰੀਚਰ ਵਰਲਡ ਆ, ਉਹ ਬੰਦੇ ਤੋਂ ਡਰ ਰਿਹਾ ਹੈ। ਉਹਨਾਂ ਨੂੰ ਇਹ ਕੀ ਪਤਾ ਨਹੀਂ ਬੰਦਾ ਨਾ ਮਾਰ ਦੇ ਸਾਨੂੰ, ਉਹ ਲੁਕਦੇ ਫਿਰਦੇ, ਛਿਪਦੇ ਫਿਰਦੇ ਇਸ ਤਰੀਕੇ। ਬਲਕਿ a lot of actually creature are in danger, even some of them actually have been extinct completely, ਉਹ ਜਿਹੜਾ ਉਸ ਤਰੀਕੇ ਨਾਲ ਹੋ ਚੁੱਕੇ ਨੇ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਬਿਆਨ ਕਰਦੀਆਂ ਨੇ ਕਿ ਅਸੀਂ ਕਿਸ ਲੈਵਲ 'ਤੇ ਆਪਣੇ ਆਪ ਨੂੰ ਪਾਵਰਫੁਲ ਬਣਾ ਲਿਆ, ਪਾਵਰਫੁਲ ਕਰ ਲਿਆ ਸਭ ਚੀਜ਼ਾਂ ਦੇ ਰੂਪ ਵਿੱਚ। ਇਹਦੇ 'ਚ ਫਿਰ ਇਹ ਵੀ ਚੀਜ਼ ਆ ਗਈ ਵੀ ਮੈਂ ਜੋ ਚਾਹਾਂ ਕਰ ਸਕਦਾ, ਮੀ ਐਂਡ ਮਾਈ ਸੈਲਫ ਇਜ਼ ਐਵਰੀਥਿੰਗ, ਮੈਂ ਤੇ ਮੇਰੀ ਦੁਨੀਆ ਹੀ ਸਭ ਕੁਛ ਹੈ। ਇਹਦਾ ਜਿਹੜਾ ਵੱਡੇ ਲੈਵਲ 'ਤੇ ਜਿਹੜੀ ਅਲਾਮਤ ਆ ਰਹੀ ਹੈ ਉਹ ਇਹ ਆਈ ਕਿ ਇਸ ਸੈਲਫਿਸ਼ ਵਰਲਡ ਦੇ ਵਿੱਚ ਅਸੀਂ ਜੋ ਨੁਕਸਾਨ ਕੀਤਾ, ਜੋ ਅਸੀਂ ਸਭ ਚੀਜ਼ਾਂ ਦੇ ਨਾਲ ਲਿਆਂਦਾ, ਉਹਦਾ ਇੱਕ ਸਿੱਟਾ ਹੈ ਕੋਵਿਡ-19 ਵੀ ਹੈਗਾ। ਅਸੀਂ ਵੀ ਦੇਖ ਸਕਦੇ ਹੈਗੇ ਆ ਕਿ ਡੈਫੀਨੇਟਲੀ some people are saying it's man-made, it's lab-made, but some are saying it's naturally, but we don't know exactly what the reality is, and we might be actually not able to know at all. Those things are just actually will going to be ਜਿਹੜੇ ਸਾਡੇ ਹੇਅਰ ਐਂਡ ਦੇਅਰ ਅਸੀਂ ਸੁਣਦੇ ਰਹਾਂਗੇ, ਬਟ ਸਾਨੂੰ ਐਗਜ਼ੈਕਟਲੀ ਨਹੀਂ ਪਤਾ ਹੋਏਗਾ ਵੀ ਕੀ ਹੋਇਆ ਅਤੇ ਕੀ ਕਿਸ ਢੰਗ ਨਾਲ ਹੋਇਆ। ਹੁਣ ਜਿਹੜੀ ਬਾਤ ਮੌਲਿਕ ਰੂਪ ਵਿੱਚ ਆ ਉਹ ਹੈ ਕਿ ਕਿਵੇਂ ਵੀ ਹੋਇਆ ਹੋਏ, ਪਰ ਇਸ ਨੇ ਸਾਨੂੰ ਇੱਕ ਚੀਜ਼ ਤਾਂ ਦੱਸੀ ਹੈ ਨਾ ਵੀ ਸਾਨੂੰ ਕੁਝ ਅਹਿਸਾਸ ਹੋਣਾ ਚਾਹੀਦਾ ਹੈਗਾ ਆਪਣਿਆਂ ਦਾ, ਆਪਣੇ ਆਲੇ ਦੁਆਲੇ ਦਾ, ਆਪਣੇ ਈਵਨ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ
ਸਭ ਦੀ ਖਾਸ ਕਰਕੇ ਵੈਲਬੀਇੰਗ ਆ, ਸਭ ਦੇ ਠੀਕ ਠਾਕ ਹੋਣ ਦਾ, ਰਹਿਣ ਦਾ, ਇਹਦਾ ਅਹਿਸਾਸ ਸਾਡੀ ਸੁਰਤ 'ਚ ਹੋਏ ਕਿਤੇ ਨਾ ਕਿਤੇ। ਇਹ ਸਾਰੇ ਅਹਿਸਾਸ ਨੂੰ ਮੈਂ ਆਪਣਾ ਧਿਆਨ ਰੱਖਾਂ, ਮੈਂ ਆਪਣੇ ਆਲੇ ਦੁਆਲੇ ਦਾ ਧਿਆਨ ਰੱਖਾਂ। ਇਹ ਸਭ ਦੇ ਵਿੱਚ ਕੀ ਹੈ? ਗੁਰਬਾਣੀ ਨੇ ਸਾਨੂੰ ਇੱਕ ਯੂਨੀਵਰਸਲ ਆਈਡੀਆ ਦਿੱਤਾ ਆ, ਉਹ ਹੈਗਾ ਸਭ ਵਿੱਚ ਰੱਬ ਨੂੰ ਵੇਖ, ਰੱਬ ਦੀ ਜੋਤ ਵੇਖ, ਰੱਬ ਦੀ ਕਾਇਨਾਤ ਜਾਣ ਸਾਰੇ ਦੀ ਸਾਰੇ। ਅਸੀਂ ਐਵੇਂ ਨਹੀਂ, ਜਿਹੜਾ ਸ਼ਲੋਕ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਇਹਦਾ ਮਾਇਨਾ ਕੀ ਹੈ? ਗੁਰੂ ਇਜ਼ ਦ ਮਾਸਟਰ, ਮਾਸਟਰ ਹੂ ਲੀਡਸ ਆਵਰ ਲਾਈਫ, ਹੂ ਐਕਚੁਅਲੀ provides us guidance how to live in this world. ਪਵਨ ਗੁਰੂ ਹਵਾ ਵੱਲ ਦੇਖ, ਹਵਾ ਤੈਨੂੰ ਗਾਈਡ ਕਰ ਰਹੀ ਹੈ। ਕਿਵੇਂ ਗਾਈਡ ਕਰ ਰਹੀ ਹੈ? ਅਬ ਦੇਖੋਗੇ ਹਵਾ ਦਾ ਰੁਮਕਣਾ, ਚੱਲਣਾ, ਇਹ ਸਾਰਾ ਕੁਝ ਇਹੀ ਜੀਵਨ ਹੈ। ਜੇਕਰ ਤੁਸੀਂ ਵਾਕਿਆ ਦੇ ਵਿੱਚ ਹੀ ਇਸ ਸਾਰ ਤੱਤ ਤੋਂ ਕੁਝ ਸਮਝਣਾ ਆ ਤੇ ਸਮਝੋ ਇਹ ਕਿ ਇਹਨਾਂ ਚੀਜ਼ਾਂ ਨੂੰ ਇੱਕ ਜਿਹੜੀ ਅਸੈਂਸ਼ੀਅਲ ਚੀਜ਼ ਹੈ ਲਾਈਫ ਵਾਸਤੇ, ਇਸ ਚੀਜ਼ ਨੂੰ ਬਿਲਕੁਲ ਇਸੇ ਤਰੀਕੇ ਨਾਲ ਕਾਇਮ ਦਾਇਮ ਰੱਖਿਆ ਜਾਏ। ਰੁੱਖਾਂ, ਬਿਰਖਾਂ, ਦਰਖਤਾਂ, ਇਹ ਸਭ ਚੀਜ਼ਾਂ ਦੇ ਨਾਲ ਹੋਂਦ ਕਾਇਮ ਕੀਤੀ ਜਾਏ। ਬੰਦੇ ਨੇ ਸਾਰੇ ਕਾਸੇ ਨੂੰ ਡਿਸਟਰੋਏ ਕੀਤਾ, ਬਰਬਾਦ ਕੀਤਾ, ਤਬਾਹ ਕੀਤਾ। ਤੇ ਉਹਨੇ ਸੋਚਿਆ ਕਿ ਕੀ ਫਰਕ ਪਏਗਾ ਜੇ ਸਭ ਚੀਜ਼ਾਂ, ਦਰਖਤ ਵਗੈਰਾ ਨਾ ਵੀ ਰਹਿਣਗੇ। ਤੇ ਹਕੀਕੀ ਬਾਤ ਇਹ ਹੋਈ, ਅੱਜ ਇਸ ਹਾਲਾਤ ਅਸੀਂ ਵੀ ਗੁਜ਼ਰ ਰਹੇ ਹਾਂ। ਬਾਈ ਚਾਂਸ ਐਕਚੁਅਲੀ ਦਿਸ ਵਾਇਰਸ ਐਕਚੁਅਲੀ occurred somehow in this world. Otherwise, we definitely have to actually, even still, I can say, we have to face very drastic consequences what we have created until now, as people are actually already telling us, such as global warming. ਜਿਹੜਾ ਟੈਂਪਰੇਚਰ ਲਗਾਤਾਰ ਹਾਈ ਹੋ ਰਿਹਾ, ਜਿਹੜਾ ਪਾਣੀ ਦਾ ਲੈਵਲ ਜਿਹੜਾ ਹੈਗਾ ਉਹ ਰਾਈਜ਼ ਕਰ ਰਿਹਾ, ਲਗਾਤਾਰ ਗਰਮੀ ਵੱਧ ਰਹੀ ਹੈ, ਸਭ ਚੀਜ਼ਾਂ ਦੇ ਨਾਲ। ਇਹ ਸਭ ਚੀਜ਼ਾਂ ਬਹੁਤ ਕੁਝ ਸਾਨੂੰ ਸਿਖਾ ਰਹੀਆਂ ਨੇ, ਦੱਸ ਰਹੀਆਂ ਨੇ, ਬਿਆਨ ਕਰ ਰਹੀਆਂ ਨੇ। ਉਹ ਬੰਦੇ ਅਹਿਸਾਸ ਕਰ। ਪਰ ਤੇ ਕੋਵਿਡ-19 ਹੋਇਆ ਤੇ ਪਤਾ ਲੱਗਾ ਵੀ ਇੱਕ ਸਾਡੀ ਸਾਰਿਆਂ ਦੀ ਗਲੋਬਲ ਹੋਣੀ ਵੀ ਹੈ। ਅਸੀਂ ਸਾਥ ਜੀਆਂਗੇ, ਸਾਥ ਮਰਾਂਗੇ, ਇਕੱਠੇ ਦਾ ਇਕੱਠਾ, ਇਕੱਲੇ ਇਕੱਲੇ ਦੇ ਇਕੱਲੇ ਦੀ ਪ੍ਰੋਬਲਮ ਨਹੀਂ ਹੈਗੀ। ਹਾਲਾਂਕਿ ਦੈਟ ਵਾਜ਼ ਕਾਈਂਡ ਆਫ ਵੈਰੀ, you can say, ignorance on that time when one nation was suffering with this issue, and that nation was also not providing proper information to other nations, and other nations and special leader of those nations were not paying attention what's going on there. That's their own problem. That ਇਹ ਚੀਨ ਦੀ ਪ੍ਰੋਬਲਮ ਹੈ, ਸਾਡੀ ਕਿਹੜੀ ਪ੍ਰੋਬਲਮ ਹੈ ਕੋਈ? ਇਹ ਸਾਰੇ ਰੂਪ ਦੇ ਵਿੱਚ ਇਹ ਕੀ ਹੈ? ਇਹ ਇਗਨੋਰੈਂਸ ਆ। ਇਹ ਸਾਰੇ ਦੇ ਵਿੱਚੋਂ ਜਿਸ ਲੈਵਲ ਤੇ ਫਿਰ ਬਾਅਦ ਵਿੱਚ ਆਇਆ, ਅੱਜ ਅਸੀਂ ਅਜੇ ਤੇ ਜਸਟ ਸਰਫੇਸ ਹੀ ਹੈ ਨਾ ਜੋ ਹੋ ਰਿਹਾ ਹੈਗਾ। ਇਹ ਤੇ ਹੈਗਾ ਵੀ ਚਲੋ ਜਿਹੜਾ ਹੈ ਇਸ ਨੂੰ ਸਪਰੈਡ ਨਾ ਹੋਣ ਦਈਏ, ਜਿਹੜੇ ਵਲਨਰੇਬਲ ਨੇ ਉਹਨਾਂ ਨੂੰ ਬਚਾ ਲਈਏ, ਹੈਲਥ ਸਿਸਟਮ ਦੇ ਉੱਤੇ ਜ਼ਿਆਦਾ ਪ੍ਰੋਬਲਮ ਨਾ ਆਵੇ, ਸਾਰਾ ਕੁਝ। ਜਿਹੜੇ ਆਫਟਰ ਕੌਨਸੀਕੁਐਂਸਿਸ ਆਉਣੇ, ਜਿਹੜੇ ਖਾਸ ਕਰਕੇ ਮਾਸਕ ਉਹ ਆਉਣੇ ਆ, ਉਹਨਾਂ ਬਾਰੇ ਸੋਚਿਆ ਹੀ ਨਹੀਂ। ਹੋ ਸਕਦਾ ਹੈ ਵੱਡੇ ਲੈਵਲ 'ਤੇ ਜਿਹੜਾ ਹੈਗਾ ਇਕਨੋਮਿਕਲ ਰੀਸੈਸ਼ਨ ਆ ਜਾਏ, ਕਈਆਂ ਦੀਆਂ ਜੋਬ ਹੀ ਸਦਾ ਵਾਸਤੇ ਐਲੀਮੀਨੇਟ ਹੋ ਜਾਣ। ਬਹੁਤ ਦੇਰ ਸੋ ਮੈਨੀ ਥਿੰਗਸ ਗੋਇੰਗ, ਐਕਚੁਅਲੀ ਵੀ ਹੈਵ ਟੂ ਸਫਰ ਵਿਦ ਦੈਟ। ਇਹ ਸਾਰੇ ਇਸ਼ੂ ਨੂੰ ਜੋ ਸਾਹਮਣੇ ਰੱਖੀਏ ਤਾਂ ਫਿਰ ਪਤਾ ਲੱਗਦਾ ਹੈ ਕਿ ਜਿਹੜਾ ਇਗਨੋਰ ਕੀਤਾ ਗਿਆ, ਜਿਹੜੀ ਇੱਕ ਤਰ੍ਹਾਂ ਦੇ ਨਾਲ ਇਤਨਾ ਜ਼ਿਆਦਾ ਜਿਹੜਾ ਮਾੜੇ ਢੰਗ ਦੇ ਨਾਲ ਇਹ ਸਾਰੇ ਨੂੰ ਡੀਲ ਕਰਨ ਦੀ ਟਰਾਈ ਕੀਤੀ ਗਈ ਸ਼ੁਰੂਆਤ ਦੇ ਵਿੱਚ, ਉੱਥੇ ਪਤਾ ਲੱਗਦਾ ਬੰਦਾ ਭੁੱਲ ਗਿਆ ਆਪਣੀ ਹੋਣੀ, ਬੰਦਾ ਭੁੱਲ ਗਿਆ ਜੋ ਉਹਦੇ ਕਰਨਯੋਗ ਕਾਰਜ ਆ, ਇਹੀ ਧਰਮ ਆ। ਇੱਕ ਸਿੰਪਲ ਐਗਜ਼ਾਮਪਲ ਕਰ ਦੇਣਾ, ਸਿੰਪਲ ਕਹਾਣੀ ਵਿੱਚੋਂ। ਸਮ ਟਾਈਮ ਪੀਪਲ ਆਸਕ ਮੀ, ਭਾਈ ਸਾਹਿਬ, things actually get a lot of philosophical, and we are not able to understand at a somehow at a level. So if you can give us some simple examples, let's come on that side. Simple example ਦੇ ਵਿੱਚ ਉਹ 'ਚ ਬਾਤ ਇਹ ਹੈਗੀ ਹੈ ਕਿ ਇੱਕ ਕਹਾਣੀ ਹੁੰਦੀ ਹੈ ਬਹੁਤ ਪੁਰਾਣੇ ਲਿਟਰੇਚਰ 'ਚ, ਭਾਰਤੀ ਖਿੱਤੇ ਦੇ। ਕਹਾਣੀ ਕੁਝ ਇਸ ਤਰ੍ਹਾਂ ਹੈਗੀ ਹੈ ਕਿ ਕੁਝ ਬੱਚੇ ਨੇ ਤੇ ਉਹ ਇੱਕ ਗੁਰੂਕੁਲ ਦੇ ਵਿੱਚ ਪੜ੍ਹਨ ਵਾਸਤੇ ਗਏ ਨੇ। ਬਿਕੋਜ਼ ਐਕਚੁਅਲੀ ਇਫ ਵੀ ਰੀਡ ਆਵਰ ਹੈਰੀਟੇਜ, ਸਪੈਸ਼ਲੀ ਦ ਇੰਡੀਅਨ ਸਬਕੌਂਟੀਨੈਂਟ ਹੈਰੀਟੇਜ, ਦੈਨ ਉਹ ਇੱਕ ਜ਼ਮਾਨਾ ਸੀਗਾ ਜਦੋਂ ਲੋਕ ਘਰਾਂ ਤੋਂ ਬੱਚਿਆਂ ਨੂੰ ਦੂਰ, ਜਿਵੇਂ ਅੱਜ ਕੱਲ੍ਹ ਹੁੰਦਾ ਹੈਗਾ,
बोर्डिंग स्कूल्स वगैरह च पढ़ने वास्ते भेजना भी दे आर देयर जस्ट टू स्टडी, जस्ट टू एक्चुअली गेट सम नॉलेज। अजकल है कि वो नॉलेज जस्ट नॉलेज नहीं गी, कैरीयर्स है ने, वो सब कुछ है। पुराने समय नॉलेज ऑफ लाइफ होंदी सी। खैर वो नॉलेज वास्ते भेजिया, समाज में किवें जीना है, संसार में किवें जीना है, सब इस तरीके दे नाल। उत्थे चले गए तो ਜਿਹੜੇ पढ़ाने वाले लोग होंदे सी उन्हां समान्या चो के उन्होंने आचार्य कहंदे सीगे, ਜਿਹੜੇ ਚੱਜ आचार सिखाउंदे सीगे। दैट्स मीन आचार्य ਜਿਹੜਾ आचार सिखाउंदा, बिहेवियर, पीपल हू टीच अस हाउ टू बिहेव इन दिस वर्ल्ड एंड नॉट ओनली इन दिस वर्ल्ड इवन टूवर्ड ऑन आवर सेल्व्स टू। ਅਸੀਂ ਆਪਣੇ ਵੱਲ ਵੀ ਕਈ ਵਾਰੀ ਜਿਹੜਾ ਆਪਣਾ ਬਿਹੇਵੀਅਰ ਠੀਕ ਨਹੀਂ ਰੱਖਦੇ ਹੈਗੇ। खैर ਉੱਥੇ ਉਹ 4 स्टूडेंट ने तो पढ़ने वास्ते गए ने गुरुकुल दे विच। उन्हां दी तालीम ऑलमोस्ट पूरी हो गई है। एजुकेशन जिहड़ा उन्हां दा वो कह लो कि अज दी लैंग्वेज कह लो कि उन्हां दा सैमेस्टर या उन्हां दा जिहड़ा कोर्स सीगा एक्चुअली वो अकॉम्पलिश कंप्लीट हो गया। जदों कोर्स कंप्लीट होया तो उन्हां दा एग्जाम होया, इम्तिहान दे विच उन्हें उस्ताद ने सारे इम्तिहान वगैरह लै ले तो उन्हें कहा भी यस यू आर ऑल पास, नाउ यू आर फ्री टू गो टू योर होम। वो अपने घर नूं तुर पे, पैदल ही जाते सी लोग, पैदल तुरे जाते हैं। जो पैदल तुरे जाते हैं तो रस्ते तुरे जाते चारे वो विद्यार्थी ने आपस में गल्लां करते हैं तो गल्लां ये करते हैं कि कमाल आ ये साडा आचार्य दी सानू समझ नहीं लगी। वी एक्चुअली वी आर नॉट एबल टू अंडरस्टैंड आवर टीचर। वाई? बिकॉज द होल टाइम ही वॉज टीचिंग अस religion, spirituality, religious duties, all these things. And when actually everything has been completed as a syllabus, and then he was taking exam and he only actually took exam of mathematics, sociology, some other subjects. उन्हें अर्थशास्त्र का कुछ इम्तिहान ले लिया, कुछ हिसाब किताब बारे ले लिया, सब कुछ। How about religion? धर्म ਉਹਦਾ ਇਮਤਿਹਾਨ ਹੀ ਨਹੀਂ ਲਿਆ ਉਹਨੇ। ਸੋ ਸਾਰੇ ਗੱਲਾਂ ਕਰਦੇ ਤੁਰੇ ਹੁੰਦੇ ਨੇ। ਉਹਨਾਂ 'ਚੋਂ ਇੱਕ ਸੱਜਣ ਕਹਿੰਦਾ, ਉਹ ਕਹਿੰਦਾ ਚੁੱਪ ਕਰ ਓਏ, ਉਹਨੂੰ ਯਾਦ ਆ ਗਿਆ, ਵਾਪਸ ਬੁਲਾ ਲਏਗਾ, ਮਤਲਬ ਜਿੰਦ ਛੁੱਟੀ ਘਰ ਜਾ ਰਹੇ ਚਲਣ, ਲੈਟਸ ਗੋ। ਦੇ ਵਰ ਕੀਪ ਔਨ ਵਾਕਿੰਗ ਟੂਵਰਡ देयर एक्चुअली सिटी और विलेज यू कैन से। ऑलमोस्ट वो सिटी के नेड़े भी पहुँच चले ने, अजे ज़्यादा नेड़े नहीं पर थोड़ी दूर ने, तो शाम भी पै चली है। तो जोड़ा सब तो अगे अगे जा रहा है वो पिछलिया कहता भाई सावधान, समझ जाओ, बी अलर्ट, वट हैपन। अगे बहुत सारे कंडे पे ने, एक्चुअली पाथ्स फुल विद स्टोन एंड सम काइंड ऑफ नीडल्स, जड़ियाँ उस किस्म के नाल कुछ कंडे, कुछ यहो जिहियां चीज़ां पईयां ने। तो वह कहता फिर किदां, कहता किदां किवें करनी है कि मैं पिछों पैर नाल राह जा देखदा, जिवें जिवें मेरे पिछे पिछे पैर रख के तुसीं निकल आयो। वो कुछ दूर तक उस तरीके नाल बड़े ध्यान नाल तुरिया, कंडियां तो रोड़ां तो पत्थरां तो बच के निकल गया। दूसरा वो मगर सेम पैर रखदा रखदा लंघ गया, तीसरा भी लंघ गया। जो चौथे की वारी आई तो वह जस्ट सोचन लग गया तो रुक गया। वो तिन्ने आवाज़ उन्हें मार के कहिंदे की होया, रख पैर तो निकलिया। वो कहता भी रख के मैं तो निकल आवांगा, बट ये भी समझो ना कि जे मैं निकल आया तो मुड़ के शाम पैर ये हो सकता कोई रात नूं हनेरे विच लंघे इत्थों। उस वक्त किहड़ा रोड सीगे, स्ट्रीट लाइट्स सीगियां, या लोकी पीपल वर एक्चुअली ड्राइविंग ऑन देयर व्हीकल्स एंड दे हैव द हेडलाइट्स। नो, दोज थिंग्स वर नॉट हैपनिंग। सो दे करके उन्हें क्या भी कहने लगा कमाल है, तू छड़ परा, कोई आएगा ना आएगा ये उन्होंने प्रॉब्लम है, तू निकलिया। वो कहते नहीं, उस्ताद जी ने, आचार्य ने, टीचर ने, मास्टर ने ये नहीं सी सिखाया। उन्हें सिखाया सीगा जे कोई तुहाडे वास्ते नुकसान दे लगदा आ, तुसीं सिर्फ अपने नुकसान बारे ना सोचो, सोचो कि इहदे नाल दूजिआं नूं की नुकसान हो सकदा है। सो उसे लैवल ते ही उस चीज़ नूं बचाओ, उस चीज़ का जिहड़ा हैगा उस तरीके नाल अपने आप नूं दूर करो। मैं रीसेंटली कुछ बड़े स्कॉलर लोगों को पढ़ रहा सीगा तो वो कह रहे थे कि जिवें जिहड़े लोग वैल ऑफ ने, जिन्हां लोगों को ज़्यादा अमीरी है, ज़्यादा साधन ने, तो कई बार सोचते हैं की फर्क पैंदा, न्याणा नाम ही पढ़िया कोई गल नहीं, कोई फर्क नहीं पैंदा, अपने कोल इन्नी प्रॉपर्टी इन्नी जायदाद है, इंजॉय योर लाइफ, किहड़ी कार चाहिए लै कार 50। साडे शहर च इहो जिहे बच्चे है, मैं देखा, मैं खुद एक्चुअली काउंसलिंग करदा ने कुछ बच्चों। पुलिस वाला रोकदा उन्हें तो रोकता तो वड्डी वड्डी उन्हें स्पोर्ट्स मॉडल गड्डी लई है,
तो उन्होंने टिकट कट के देंदा। वो कहता कि ओके यू नो सर यू आर ऑलमोस्ट एक्चुअली ड्राइविंग 30 किलोमीटरस अबव द स्पीड, अबव द लिमिटेड स्पीड। वो कहता हू केयर, मैं तो केयर ही नहीं की, मैं तो कभी स्पीडोमीटर देखा ही नहीं है। अच्छा दैट्स नॉट गुड। उन्हें टिकट थोड़ी होर वड्डी करती, $200 की सी, उन्हें शायद हो सकता 400 की करती है, 400 की करके दे दी। तो वो कहता इट्स नॉट अ बिग डील फॉर मी। कहता व्हाट डू यू मीन? कहता तेरी तनख्वाह कितनी है? पुलिस वाले ने कहता मैं पूछा। वो कहता भी अराउंड $80,000 to $100,000। कहता नहीं मेरी पॉकेट मनी है 6 महीने की, इन्नी तो मैं पॉकेट मनी उड़ा देना। सो हुण ये की है? तू खुश होकर दस रहा, घर दे सुनते हैं, घर दे हा हा हू करते हैं, लै कैसा कैसा बच्चा है। स्पोइलिंग होर की होंदी है। हुण जिहड़ी इस किस्म की बात सारे दी सारी आ रही है, सारा इशू नूं असीं देख रहे हैं, ये की टीच कर रही है सानूं? लेट मी एक्चुअली गिव वन एग्जाम्पल ओवर हियर। एक मैं खास एग्जाम्पल आई शुड एक्चुअली एग्जैक्टली काइंड ऑफ जिहड़ी सिੱਖੀ ਦੀ एग्जाम्पल सीधे तौर पर बात की जाए, वो च हैगी है जिहड़े लोग ज़्यादा अमीर ने, ज़्यादा वड्डे ने, ज़्यादा हायर पोजीशनस ते ने, उन्होंने एग्जाम्पल सैट करनियां चाहिए चंगियां, ताकि दूजे लोग उन्होंने फॉलो कर सकन। जदों एग्जाम्पल सैट नहीं होंदियां, रॉन्ग एग्जाम्पल सैट होंदियां ने, फिर एक्चुअल लैवल ते सोसाइटी जिहड़ी सारी सफ़र करती है। जिहड़े वैल ऑफ ने उन्होंने ज़्यादा चंगे ढंग दे नाल बच्चों को दसना चाहिए तुहाडी जिम्मेवारी ज़्यादा आ, क्योंकि तुहाडे वल लोकां ने वेखना आ। पीपल कैन गिव एग्जाम्पल्स। जो जिहड़े लोग किसी लैवल तो उस तरीके नाल ओहो जी अफोर्डेबिलिटी नहीं रखते, ओहो जे रिसोर्सिस नहीं रखते, जो वो देखणगे भी ये सब कुछ होने के बावजूद भी दिस परसन हैव ईच एंड एवरीथिंग एंड ही इज फॉलोइंग डिसिप्लिन ऑफ द लाइफ, देन वी शुड फॉलो एग्जैक्टली द सेम पाथ। सानू भी फॉलो करना चाहिए है। सो ये चीज़ां होंदियां। हुण जो बच्चे तिन्ने लंघे ने, वो जी बात असीं कर रहे थे, जो चौथा बच्चा आ रहा है, वो कहंदा नो दिस इज नॉट एक्चुअली दीज आर नॉट टीचिंग्स आवर मास्टर वाज टीचिंग अस होल इन आवर एक्चुअली schooling. He was telling us we should follow the right and proper path of the life, and this choice is not good. Just I'm thinking about only about myself. No, मैनू पता होना चाहिए है जे किते मैनू पैर रखिया कंडा चुभे किसी होर नूं भी दर्द होएगा। सो इस तरीके नाल कंडे चुकन लग गया। जो कंडे चुकन लग गया, रोड़े चुकन लग गया, तो दूजे जिहड़े तिन्ने सीगे ना, वो कहिंदे यू नो यूर क्रेजी, तू पागल है, घर जाने का टाइम है, लेट हो रहे हैं, तो तू इत्थे इस काम लग गया। जिवें पंजाबी च कह जाए मारे थे, हू केयर, वी गोना लीव यू ओवर हियर and you have to face, you are making this choice, we will not actually stay with you at a whole night, no we are leaving। एक उन्हें जो आवाज़ मारी कहिंदा ओके तू साडा फ्रेंड भी है, साडे पिंडों साडे नाल भी हैगा है, ते साडा सहपाठी भी हैगा, बट तू तो हनेरा हो जाने, तेरे तो सारे चुके भी नहीं जाने, फिर की करेगा, रात पै जाएगी। वो कहते इट्स ओके, आई विल स्टे हियर, इफ एनीवन कम ऑन दिस पाथ I will actually alert that person too. Be careful. This path is not good. You might get hurt over here. जदों सारियां बातां होइयां ते वो नाल दे साथी जिहड़े ने वो जा रहे ने, they're actually about to leave, पिछों एक आवाज़ आई, रुको, ये कौन है? ये आचार्य आया, मास्टर आ, जिहदे बारे गल्लां कर रहे थे कि मास्टर कैसा कमला आ, कैसा पागल आ, सानू अज तक धर्म पढ़ांदा रहा। जो एग्जाम लिया सानू मैथ का, इकनॉमिक्स का, सोशियोलॉजी का, हर सबजैक्ट का, बट ही टोटली फॉरगेट टू एक्चुअली ब्रिंग एग्जाम अबाउट स्पिरिचुअलिटी। जो ये गल हुई तो पिछों आवाज़ मार के कहता यू नो यू गाइज वर टॉकिंग, आई नेवर एक्चुअली कंडक्ट एनी एग्जाम ऑफ स्पिरिचुअलिटी, दिस वॉज द एग्जाम ऑफ spirituality or you can say religion। इम्तिहान सीगा धर्म का, ये फेल हो गए हो तुसी तिन्ने, अकला पास होया, इकला जाएगा हुण वापस अपने गिरां, तुसी नहीं जाओगे, तुहानूं दोबारा पढ़ना पएगा। जिहड़ी रियल सिचुएशन है लाइफ की,
ਇਹ ਧਰਮ ਦਾ ਐਗਜ਼ਾਮ ਹੈ। ਐਗਜ਼ਾਮ ਧਰਮ ਦਾ ਹੋਰ ਕੋਈ ਬੰਦਾ ਕਿਸੇ ਲਿਖ ਕੇ ਪਾਸ ਨਹੀਂ ਕਰ ਸਕਦਾ। ਲਿਖ ਕੇ ਤਾਂ ਕੋਈ ਵੀ ਪਾਸ ਕਰ ਲੇਗਾ। ਤੁਹਾਡਾ ਬਿਹੇਵੀਅਰ, ਤੁਹਾਡੀ ਹਰ ਚੀਜ਼ ਜਿਹੜੀ ਹੈ, ਇਹਦੇ ਵਿੱਚ ਉਹੀ ਲੋਕ ਪਾਸ ਹੋਣਗੇ ਜਿਨ੍ਹਾਂ ਦੀ ਮੇਰ ਜਿਹੜੀ ਸੈਲਫ ਆ ਉਹ ਸੈਲਫਲੈਸ ਆ, ਸਭ ਕਾਸੇ ਦੇ ਵਿੱਚ ਆਪਣੇ ਆਪ ਨੂੰ ਵੇਖਦੇ ਨੇ। ਇਹ ਧਰਮ ਆ। ਧਰਮ ਇਹ ਨਹੀਂ ਹੁੰਦਾ ਕਿ ਬੰਦਾ ਜਸਟ ਆਪਣੇ ਤੇ ਆਪਣੇ ਬਾਰੇ ਸੋਚੇ, ਸਾਰਿਆਂ ਬਾਰੇ ਸੋਚੇ। ਇਹੀ ਗੁਰੂ ਸਾਹਿਬ ਨੇ ਸਿਖਾਇਆ ਸੀਗਾ, ਇਹੀ ਗੁਰਮਤਿ ਆ। ਇੱਥੇ ਮਹਾਰਾਜ ਨੇ ਬਿਆਨ ਕੀਤਾ, ਜਦੋਂ ਰੱਬ ਦਾ ਜ਼ਿਕਰ ਕੀਤਾ, ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਤੂੰ ਮੇਰਾ ਸੱਜਣ ਹੈ, ਤੂੰ ਮੇਰਾ ਪ੍ਰੀਤਮ ਹੈ। ਇਹ ਤੂੰ ਦਾ ਮਾਇਨਾ ਕੀ ਹੈ? ਮੈਂ ਤੋਂ ਉੱਪਰ ਉੱਠ ਕੇ ਸਭ ਦੇ ਵਿੱਚ ਵਸਦੇ ਹੋਏ ਰੱਬ ਨੂੰ, ਉਹਨੂੰ ਸਾਜਨ, ਸ਼ੁਭ ਗੁਣ ਦੇਖਣਾ, ਸੱਜਣਤਾ ਦੇਖਣੀ, ਦੂਜਿਆਂ ਦੇ ਵਿੱਚ ਪ੍ਰੀਤ ਦੀ ਉਸਾਰੀ ਕਰਨੀ, ਹਰ ਇੱਕ ਦੀ ਵੈਲ ਬੀਇੰਗ ਵਾਸਤੇ, ਵੈਲਫੇਅਰ ਵਾਸਤੇ, ਉਹਦੇ ਵਾਸਤੇ ਕੁਝ ਨਾ ਕੁਝ ਐਫਰਟ, ਕੁਝ ਨਾ ਕੁਝ ਜਿਹੜਾ ਹੈਗਾ ਯੋਗਦਾਨ ਪਾਉਣਾ, ਕੁਝ ਨਾ ਕੁਝ ਉਸ ਤਰੀਕੇ ਨਾਲ ਜਿਹੜਾ ਆਪਣੇ ਆਪਣੇ ਵੱਲੋਂ ਬਣਦਾ ਸਰਦਾ ਕਾਰਜ ਕਰਨਾ, ਐਫਰਟ ਉਸ ਲੈਵਲ 'ਤੇ ਜਿਹੜੀ ਹੈ ਉਹਨੂੰ ਇਨਵੈਸਟ ਕਰਨਾ ਉਹਦੇ ਵਿੱਚ। ਫਿਰ ਅਗਲਾ ਬਚਨ ਸਾਹਿਬ ਨੇ ਜ਼ਿਕਰ ਕੀਤਾ, ਕਹਿਣਗੇ ਚਿਤਹਿ ਨਾ ਬਿਸਰੈ ਕਾਹੂ ਬੇਰਾ, ਚਿਤਹਿ ਚੇਤੇ ਵਿੱਚੋਂ ਨਾ ਬਿਸਰੈ ਨਾ ਵਿਸਾਰਾਂ ਮੈਂ ਤੈਨੂੰ, ਮੈਂ ਕਦੀ ਵੀ ਤੈਨੂੰ ਇਹਦੇ ਵਿੱਚੋਂ ਜਿਹੜਾ ਦੂਰ ਨਾ ਕਰਾਂ। I should not have any distance between me and real myself, ਅਕਾਲ ਪੁਰਖ ਵਾਹਿਗੁਰੂ। ਉਹਦੇ ਵਿੱਚ ਦੋਵਾਂ ਦੇ ਵਿੱਚ ਕੋਈ ਡਿਸਟੈਂਸ, ਕੋਈ ਦੂਰੀ ਨਾ ਹੋਏ, ਵਿਸਾਰਾ ਨਾ ਮੈਂ ਤੈਨੂੰ। ਚਿਤ ਹੈ ਨਾ ਬਿਸਰੈ ਕਾਹੂ ਬੇਰਾ, ਕਿਸੇ ਸਮੇਂ ਵੀ। ਹੁਣ ਇਹਦਾ ਮਾਇਨਾ ਕੀ ਹੈ? ਅਸਲ ਵਿੱਚ ਕਿਹਾ ਜਾਂਦਾ ਹੈ ਬੰਦਾ ਤੇ ਰੱਬ ਇੱਕ ਨੇ। ਕਈ ਵਾਰੀ ਜਿਹੜੇ ਰੈਸ਼ਨਲਿਸਟ ਥਿੰਕਰ ਨੇ ਉਹ ਕਹਿੰਦੇ ਨੇ ਓਕੇ at a level, especially Gurbani kind of literature is telling us, we are all carrying the divine ability, the divine light of Almighty Akal Purkh Vaheguru. ਠੀਕ ਆ, ਫਿਰ ਬਾਣੀ ਕਾਹਦੇ ਲਈ ਪੜ੍ਹਨੀ ਹੈ? ਜਦੋਂ ਰੱਬ ਦੇ ਰੂਪ ਆ, ਰੱਬ ਸਾਡੇ ਵਿੱਚ ਆ, ਸਾਰੇ ਚਾਰ ਚੁਫੇਰਿਓਂ ਵਸਦਾ ਆ, ਫਿਰ ਸਿਮਰਨ ਕਾਹਦਾ ਕਰਨਾ? ਜਦੋਂ ਹੈ ਹੀ ਉਹ ਆਪ ਆ, ਤੇ ਫਿਰ ਸਿਮਰਨ ਦੀ ਤਾਂ ਲੋੜ ਹੀ ਨਹੀਂ। ਫਿਰ ਤੇ ਸਭ ਠੀਕ ਆ, ਸਭ ਜੋ ਹੈ ਚੱਲੀ ਜਾ ਰਿਹਾ, ਬਿਲਕੁਲ ਠੀਕ ਹੈ। ਉਹਦੀ ਹੋਂਦ ਸਭ ਥਾਵਾਂ ਤੇ, ਉਹਦੇ ਕਰਕੇ ਸਭ ਕੁਝ ਚੱਲ ਰਿਹਾ, ਬਾਹਰ ਵੀ ਉਹ, ਅੰਦਰ ਵੀ ਉਹ ਹੈ। ਜਿਹਨੂੰ ਸਾਹਿਬ ਨੇ ਜ਼ਿਕਰ ਕੀਤਾ ਸੀਗਾ, ਆਪੇ ਨੇੜਾ ਦੂਰ ਆਪੇ, ਆਪੇ ਮੰਝ ਮਿਆਨੋ, ਨੇੜੇ ਵੀ ਹੈ, ਦੂਰ ਵੀ, ਦਰਮਿਆਨ ਵੀ, ਚਾਰ ਚੁਫੇਰੇ ਤਾਂ ਉਹੀ ਹੈ, ਉਸ ਤੋਂ ਬਿਨਾਂ ਤਾਂ ਕੁਛ ਵੀ ਨਹੀਂਗਾ। ਫਿਰ ਸਿਮਰਨ ਕਾਹਦਾ ਹੈ? ਸਿਮਰਨ ਇਸ ਕਰਕੇ ਹੈ ਸਭ ਥਾਵਾਂ ਤੇ, ਹਰ ਜ਼ਰਰੇ ਜ਼ਰਰੇ 'ਚ ਮੌਜੂਦ ਆ। ਨਹੀਂ ਮੌਜੂਦ ਤੇ ਬੰਦੇ ਦੀ ਯਾਦ 'ਚ ਨਹੀਂ ਹੈਗਾ, ਸੁਰਤ 'ਚ ਨਹੀਂ ਹੈਗਾ। ਜਦੋਂ ਵਿਹਾਰ ਕਰਨਾ ਹੈ, ਬਿਹੇਵ ਕਰਨਾ ਹੈ, ਉਦੋਂ ਭੁੱਲ ਜਾਂਦਾ ਹੈ। ਮੈਂ ਹੋ ਜਾਣਾ, ਤੂੰ ਹੋ ਜਾਣਾ, ਤੇਰ ਮੇਰ ਆ ਜਾਂਦੀ ਹੈ। ਇਹੀ ਵਖਰੇਵਾਂ, ਇਹੀ ਦੁੱਖ ਆ, ਇਹੀ what does sangat mean if we ask directly to Guru Granth Sahib Maharaj? Then Guru Granth Sahib is going to answer us directly from Guru Bani. Maharaj is answering, ਸੰਗਤ ਕੀ ਹੈ? ਸਭ ਜ਼ਿਕਰ ਕਰਦੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨੇ ਆਈ। ਇਹ ਸੰਗਤ ਹੈ। Person who is claiming I am religion practitioner, I practice religion, I practice spirituality, then that person has to practice, has to exercise at least this one virtue of ਜਿਹੜੀ ਯੂਨੀਵਰਸੈਲਿਟੀ ਹੈਗੀ, ਜਿਹੜਾ ਅਨੁਭੂਤੀ ਦੇ ਪੱਖ ਤੋਂ ਇੱਕ ਸਾਰਿਆਂ ਦੇ ਚ ਰੱਬ ਜੀ ਦਾ ਪੱਖ ਦੇਖਣ ਵਾਲੀ ਬਾਤ ਆ। ਇਹ ਸੁਰਤੀ ਚੋਂ ਵਿਸਰ ਗਈ। ਜਦੋਂ ਵਿਸਰ ਗਈ, ਮੇਰ ਤੇਰ ਸਿਰ ਤੇ ਆ ਗਈ, ਫਿਰ ਕਿਸੇ ਦੀ ਕਹੀ ਗੱਲ ਚੁੱਭਦੀ ਹੈ, ਫਿਰ ਕਿਸੇ ਦੇ ਨਾਲ ਜਿਹੜਾ ਹੈਗਾ ਨਫ਼ਰਤ ਪੈਦਾ ਹੁੰਦੀ ਹੈ। ਫਿਰ ਇੱਥੇ ਇਹ ਸਭ ਚੀਜ਼ਾਂ ਜਿਹੜੀਆਂ ਆਉਂਦੀਆਂ, ਇਹ ਬੰਦੇ ਨੇ ਵਿਸਾਰਤ। ਇੱਥੇ ਮਹਾਰਾਜ ਨੇ ਬਾਣੀ 'ਚ ਕਿਹਾ, ਰੱਬ ਨੂੰ ਚੇਤੇ ਰੱਖ, ਉਹਦਾ ਸਿਮਰਨ ਕਰ, ਯਾਦ ਕਰ, ਉਹ ਅਕਾਲ ਪੁਰਖ ਵਾਹਿਗੁਰੂ ਸਭ ਵਿੱਚ ਵਸ ਰਿਹਾ। ਇਹ ਵਿਸਰ ਗਈ ਚੀਜ਼, ਇਹ ਵਿਸਾਰ ਦਿੱਤੀ। ਇੱਥੇ ਸਾਹਿਬ ਨੇ ਜ਼ਿਕਰ ਕੀਤਾ, ਉਹ ਦਾਤਾ ਤੂੰ ਕਦੀ ਵੀ ਮੇਰੇ ਸੁਰਤ ਵਿੱਚੋਂ ਚਿਤਹਿ ਨਾ ਬਿਸਰੈ ਕਾਹੂ ਬੇਰਾ, ਕਦੀ ਇਹੋ ਜਿਹਾ ਵੇਲਾ ਨਾ ਆਵੇ। I don't want to experience time where I am creating distance between you and me, between my real self. No, I don't want to experience that distance at all. No. ਮੈਨੂੰ ਉਹ ਦੂਰੀ ਨਾ ਕਦੀ ਅਹਿਸਾਸ ਹੋਏ, ਮੈਂ ਕਦੀ ਤੈਨੂੰ ਵਿਸਾਰਾਂ ਨਾ, ਮੈਂ ਕਦੀ ਵੀ ਤੈਨੂੰ ਉਸ ਲੈਵਲ ਤੇ ਜਿਹੜਾ ਹੈਗਾ ਉਸ ਤਰੀਕੇ ਨਾਲ, ਜਿਹੜਾ ਕਿਸੇ ਤਰੀਕੇ ਨਾਲ ਭੁੱਲਾਂ ਨਾ ਤੈਨੂੰ।
ਹੁਣ ਇਹੋ ਜਿਹੇ ਸ਼ਬਦ ਬਾਣੀ 'ਚ ਅਸੀਂ ਪੜ੍ਹੀਏ ਤੇ ਮਹਾਰਾਜ ਨੇ ਬਿਆਨ ਕੀਤਾ। ਮਹਾਰਾਜ ਕਹਿੰਦੇ ਚੇਤੇ ਰੱਖੀ ਇੱਕ ਚੀਜ਼, ਇਹ ਵੀ ਚੇਤੇ ਰੱਖਣ ਵਾਲੀ ਗੱਲ। ਇਹਨੂੰ ਕਹਿੰਦੇ ਨੇ ਕਬੀਰ ਇਹ ਚੇਤਾਵਨੀ। ਚੇਤਾਵਨੀ ਦਾ ਮਤਲਬ ਹੀ ਹੁੰਦਾ ਜਿਹੜੀ ਚੀਜ਼ ਕੌਸ਼ਿਸ਼ ਰੱਖੇ, ਤੈਨੂੰ ਚੇਤੇ ਵਿੱਚ ਵਾਰ-ਵਾਰ ਅਹਿਸਾਸ ਕਰਾਵੇ, ਤੈਨੂੰ ਅਲਰਟ ਰੱਖੇ। ਮਤ ਸਹਸਾ ਰਹਿ ਜਾਏ, ਤੇ ਮਤਾ ਕਿਸੇ ਭੁਲੇਖੇ 'ਚ ਰਹਿ ਜਾਏ, ਨਾ ਨਾ ਨਾ, ਇਹ ਇਸ ਚੀਜ਼ ਨੂੰ ਕਦੀ ਵੀ ਸੁਰਤ ਤੋਂ ਲਾਂਭੇ ਨਹੀਂ ਕਰਨਾ। ਕੀ ਕਿਸ ਰੂਪ ਦੇ 'ਚ? ਜਿਹੜੇ ਦੂਜੇ ਸ਼ਬਦ ਦੀ ਬਾਤ ਕਰਨ ਲੱਗਾ ਸੀਗਾ, ਮਹਾਰਾਜ ਜ਼ਿਕਰ ਕਰਦੇ, ਉਹ ਬੰਦੇ ਹਰ ਬਿਸਰਤ ਸਦਾ ਖੁਆਰੀ। ਵਸਾਰ ਹਰੀ ਨੂੰ ਤੂੰ ਭੁਲਾ ਇਸ ਚੀਜ਼ ਨੂੰ, ਤੂੰ ਚੇਤੇ ਤੋਂ ਬਾਹਰ ਲੈ ਕੇ ਜਾ ਇਸ ਚੀਜ਼ ਨੂੰ, ਹੋਏਗਾ ਕੀ? ਖੁਆਰੀ, ਸਦਾ ਖੁਆਰੀ। ਅੱਜ ਅਸੀਂ ਜਿਸ ਲੈਵਲ ਤੇ ਆਏ ਹਾਂ, ਹਾਲਾਂਕਿ ਲੋਕ ਕਹਿ ਰਹੇ ਨੇ ਅਸੀਂ ਉਸ ਜੀਵਨ ਨੂੰ ਮਿਸ ਕਰ ਰਹੇ ਹਾਂ, ਵਾਪਸੀ ਉੱਥੇ ਹੋਏ, ਮਾਫੀ ਮੰਗਾਂਗਾ। Two people want to get married and they are creating a whole event at another destination weddings ਹੋ ਗਈਆਂ ਸ਼ੁਰੂ। ਵਿਆਹ ਹੋ ਰਿਹਾ, 1000 ਬੰਦਾ ਜਾ ਰਿਹਾ ਜਹਾਜ਼ ਫੜ ਫੜ ਕੇ, ਟਿਕਟਾਂ ਲੈ ਲੈ ਕੇ, ਉਹ ਕੋਈ ਇਟਲੀ ਹੋ ਰਿਹਾ, ਕੋਈ ਮੈਕਸੀਕੋ ਹੋ ਰਿਹਾ, ਕੋਈ ਕਿਤੇ ਹੋ ਰਿਹਾ। ਇਹ ਕੀ ਹੈ? ਇਹ ਕਾਹਦੀ ਤਮਾਸ਼ੇਬਾਜ਼ੀ ਹੈ ਸਾਰੇ ਦੇ ਸਾਰੇ। ਬੰਦੇ ਨੂੰ ਹੋਣੀ ਭੁੱਲ ਗਈ ਆਪਣੀ। ਬੰਦਾ ਕਿਸੇ ਹੋਰ ਦੁਨੀਆ 'ਚ ਜੀ ਰਿਹਾ, ਉਹਨੂੰ ਲੱਗਦਾ ਇੱਕ ਅਜੀਬ ਲਿਫਾਫੇਬਾਜ਼ੀ ਹੋ ਰਹੀ। ਖੁਆਰੀ ਹੋਰ ਕੀ ਹੁੰਦੀ ਹੈ? ਖੁਆਰੀ ਇਹੀ ਹੈ, ਬੰਦੇ ਨੂੰ ਰੋਜ਼ਮर्रा ਜੀਵਨ ਦੇ ਵਿੱਚ ਸਵੇਰੇ ਅੱਖਾਂ ਖੁੱਲੀਆਂ, ਸਾਹ ਚੱਲ ਰਿਹਾ ਹੈ, ਦਿਲ ਧੜਕ ਰਿਹਾ ਹੈ, ਸਿਰ ਤੇ ਛੱਤ ਹੈ, ਆਲੇ ਦੁਆਲੇ ਸੁਣਨ ਵਾਲੀਆਂ ਕਿਲਕਾਰੀਆਂ ਨੇ, ਕਰਨ ਵਾਸਤੇ ਕੰਮ ਹੈ, ਖਾਣ ਵਾਸਤੇ ਫੂਡ ਹੈ। ਇਹ ਦੁਨੀਆ ਚਾਰ ਚੁਫੇਰੇ ਇਸ ਤਰੀਕੇ ਨਾਲ, ਇਹ ਚੀਜ਼ਾਂ ਖੁਸ਼ੀ ਨਹੀਂ ਸੀ ਦਿੰਦੀਆਂ। ਖੁਸ਼ੀ ਕੋਈ ਹੋਰ ਐਕਸਟਰਾ ਆਊਟ ਆਫ ਦਾ ਵਰਲਡ ਚੀਜ਼ ਹੋਏ ਤਾਂ ਖੁਸ਼ੀ ਆਏ। ਉਸ ਖੁਸ਼ੀ ਨੂੰ ਲੱਭਦਾ ਹੋਇਆ ਬੰਦਾ ਕਿੱਥੇ ਪਹੁੰਚ ਗਿਆ। ਸੌਰੀ ਟੂ ਸੇ, ਅਸੀਂ ਖੁਰਾਕ ਦੇ ਪੱਖ ਤੋਂ ਦੇਖੀਏ, ਪੋਸ਼ਾਕ ਦੇ ਪੱਖ ਤੋਂ ਦੇਖੀਏ, ਰਹਿਣ ਸਹਿਣ ਦੇ ਪੱਖ ਤੋਂ ਦੇਖੀਏ, ਜੰਗਲੀ ਜਾਨਵਰਾਂ ਦੀ ਗੱਲ ਕਰਦੇ ਹਾਂ। ਜਿਹੜੀ ਖੁਰਾਕ ਇੱਕ ਜਾਨਵਰ ਵਾਸਤੇ ਕੁਦਰਤ ਵੱਲੋਂ ਇੱਕ ਵਾਰੀ ਉਹਨੂੰ ਤੈਅ ਆ, ਉਹੀ ਖਾ ਰਿਹਾ। ਹਜ਼ਾਰਾਂ ਸਾਲਾਂ ਤੋਂ ਪੁਸ਼ਤਾਂ ਨੰਗੀਆਂ ਉਹੀ ਖਾ ਰਿਹਾ। ਬੰਦਾ ਹੀ ਹੈ ਚਸਕੇ ਲਾ ਰਿਹਾ, ਆ ਨਹੀਂ ਤਿਆ, ਆ ਨਹੀਂ ਤਿਆ, ਆ ਨਹੀਂ ਤਿਆ, ਆ ਨਹੀਂ ਤਿਆ, ਤੇ ਫਿਰ ਸਾਰਾ ਕੁਝ ਖਾ ਖਵਾ ਕੇ ਫਿਰ ਇਹ ਕਹਿੰਦਾ ਗੱਲ ਬਣੀ ਨਹੀਂ। ਖੁਆਰੀ, ਵਟ ਐਲਸ? ਇਹੀ ਹੈ ਖੁਆਰੀ। ਮਿੱਠਾ ਖਾ ਲਿਆ, ਸਲੂਣਾ ਖਾ ਲਿਆ, ਖੱਟਾ ਖਾ ਲਿਆ, ਸਭ ਤਰ੍ਹਾਂ ਦਾ ਖਾ ਲਿਆ, ਬੇਸਵਾਦਾ ਖਾ ਲਿਆ, ਫਿਰ ਕਹਿੰਦਾ ਨਹੀਂ ਜ਼ਹਿਰ ਖਾਣਾ। ਵਟ ਆਰ ਦ ਸਬਸਟੈਂਸਿਸ? ਜਿਹੜੇ ਨਸ਼ੇ ਨੇ। ਅਲਕੋਹਲ ਤੋਂ ਸ਼ੁਰੂ ਕਰ ਲਓ। ਮਤਲਬ ਮੈਂ ਸਾਡੇ ਗੁਆਂਢ, ਸਾਡਾ ਮੁਲਕ ਦਾ ਮੁਖੀ, ਉਹ ਪਿੱਛੇ ਕਰਕੇ ਬਿਆਨ ਦੇ ਬੈਠਾ, ਕਹਿੰਦਾ ਜਿਹੜੇ ਲਾਈਸੋਲਸ ਨੇ ਜਾਂ ਹੋਰ ਇਹੋ ਜਿਹੇ ਪ੍ਰੋਡਕਟਸ ਨੇ, ਦੇ ਆਰ ਏਬਲ ਟੂ ਕਿਲ ਦਿਸ ਵਾਇਰਸ ਐਕਚੁਅਲੀ ਸਰਫੇਸ ਤੋਂ, ਸਾਡੇ ਹੱਥਾਂ ਤੋਂ, ਸਾਰੇ ਤੋਂ। ਕਹਿੰਦਾ ਮੈਂ ਤੇ ਡਾਕਟਰ ਨੂੰ ਸੁਜੈਸਟ ਕਰਾਂਗਾ ਜੀ ਕੋਈ ਦਵਾਈ ਬਣਾ ਕੇ ਬੰਦੇ ਨੂੰ ਵੀ ਲਾਓ। ਜੇ ਬੰਦੇ ਨੂੰ ਥੋੜਾ ਜਿਹਾ ਬਾਹਰ ਮਾਰਦਾ ਵਾਇਰਸ, ਤੇ ਇਹਨੂੰ ਵੀ ਤੇ ਮਾਰ ਹੀ ਦੇਗਾ ਨਾ, ਤੇ ਕੰਮ ਨਿਬੜੇਗਾ। ਉਹ ਮੁੜ ਕੇ ਰੌਲਾ ਪਾਇਆ ਲੋਕਾਂ ਨੇ, ਹਾਲਾਂਕਿ ਉਹ ਮੁਸੀਬਤ ਬੜੀ ਵਧੀ। ਉੱਥੇ ਲੋਕਾਂ ਨੂੰ ਪੀਣਾ ਸ਼ੁਰੂ ਕਰਦਾ ਵੀ ਜੇ ਲਾਈਸੋਲ ਬਾਹਰ ਮਾਰਦਾ ਹੈ ਤਾਂ ਅੰਦਰ ਵੀ ਤੇ ਮਾਰ ਹੀ ਦੇਗਾ। In when I was actually reading some other expertise or experts advices, those advices are actually ਜਿਹੜੀਆਂ ਨੇ ਉਹ ਕਹਿੰਦੇ ਲੈ ਅਲਕੋਹਲ ਜਿਹੜੀ ਹੈ ਇਹ ਬਾਹਰ ਵੀ ਤੇ ਸੈਨੀਟਾਈਜ਼ਰ ਵਗੈਰਾ ਜਿਹੜਾ ਅਲਕੋਹਲ ਹੀ ਹੋਰ ਕੀ ਹੈ, ਇਹ ਮਾਰ ਦਿੰਦੀ ਹੈ। ਤੇ ਜੇ ਬੰਦਾ ਅੰਦਰ ਸੱਟ ਲੇ ਤੇ ਫਿਰ ਵੀ ਤੇ ਬੰਦਾ ਵਾਇਰਸ ਵੀ ਤੇ ਮਾਰ ਹੀ ਦੇਗੀ। ਬਿਲਕੁਲ ਠੀਕ ਹੈ। ਜੇ 80-90% ਹੋਏਗਾ ਐਥਨਲ ਕੈਮੀਕਲ ਉਹਦੇ 'ਚ ਤੇ ਮਾਰ ਦੇਗਾ। ਪਰ ਅਨਫੋਰਚੂਨੇਟਲੀ ਇਕੱਲਾ ਵਾਇਰਸ ਨਹੀਂ ਮਾਰੇਗਾ, ਸਾਰਾ ਹੀ ਮਾਰ ਦੇਗਾ। ਫਿਰ ਵੈਸੇ ਹੀ ਕੰਮ ਹੋ ਜਾਏਗਾ। ਮਤਲਬ ਇਹ ਕਿ ਜ਼ਹਿਰ ਆ, ਉਹ ਜ਼ਹਿਰ ਜਿਹੜਾ ਆ ਉਹ ਕੀ ਕਰ ਰਿਹਾ? ਬੰਦੇ ਦੀ ਇਮਿਊਨਿਟੀ ਜਿਹੜੀ ਹੈ ਉਹ ਵੀਕ ਕਰ ਰਿਹਾ, ਸਟਰੋਂਗ ਨਹੀਂ ਕਰ ਰਿਹਾ। ਪਰ ਬੰਦੇ ਨੂੰ ਕੋਈ ਪਤਾ ਨਹੀਂ। ਸੋ ਇਹ ਕੀ ਹੈ? ਬੰਦੇ ਨੇ ਕਿਹਾ ਮਿੱਠਾ ਖਾ ਲਿਆ, ਲੂਣਾ ਖਾ ਲਿਆ, ਆ ਵੀ ਖਾ ਕੇ ਵੇਖੀਏ। ਇਸ ਤੋਂ ਵੀ ਅਗਲੇ ਇਲਿਸਿਟ ਡਰੱਗਸ ਜਿਹਦੀ ਗੱਲ ਕੀਤੀ ਹੈ, ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁਣ ਇਹ ਸਭ ਚੀਜ਼ਾਂ ਨੂੰ ਲੈ ਲਿਆ ਜਾਏ, ਇਹ ਖੁਆਰੀ।
ਤੇ ਖੁਆਰੀ ਕਦੋਂ ਆਈ? ਹਰ ਬਿਸਰਤ, ਰੱਬ ਵਿਸਰ ਗਿਆ, ਅਸਲ ਜੀਵਨ ਦਾ ਪਰਪਸ ਵਿਸਰ ਗਿਆ, ਮਕਸਦ ਵਿਸਰ ਗਿਆ। ਇਹ ਇਸ ਪੱਖੋਂ ਬੰਦਾ ਇਲੀਟਰੇਟ ਹੋ ਗਿਆ। ਇਲੀਟਰੇਸ਼ਨ ਜਿਹੜੀ ਹੈ, that illiteration is leading toward some kind of misery, toward suffering, toward sorrow, and end of the day toward, I should say, hell, ਨਰਕ। ਹਰ ਬਿਸਰਤ ਸਦਾ ਖੁਆਰੀ। ਤੇ ਸਭ ਕਹਿੰਦੇ ਤਾਂ ਕੋ ਧੋਖਾ ਕਹਾਂ ਵਿਆਪੈ, ਉਹਨੂੰ ਕੋਈ ਧੋਖਾ ਨਹੀਂ, ਉਹ ਕਿਸੇ ਕਿਸਮ ਦੇ ਨਾਲ ਵੀ ਕਨਫਿਊਜ਼ ਨਹੀਂ, ਕਿਸੇ ਕਿਸਮ ਦੇ ਨਾਲ ਵੀ ਆਪਣੇ ਅੰਦਰੋਂ ਜਿਹੜਾ ਹੈਗਾ ਉਹਨੂੰ ਡਾਊਟਫੁਲ ਸਿਚੁਏਸ਼ਨ ਨਹੀਂ ਹੈਗੀ। ਜਾਂ ਕੋ ਓਟ ਤੋਂ ਹਾਰੇ, ਜਿਹਨੂੰ ਪਤਾ ਆ ਅਕਾਲ ਪੁਰਖ ਵਾਹਿਗੁਰੂ ਉਹ ਬੇਅੰਤ ਹੈ, ਹਰ ਵਕਤ ਕਾਇਮ ਦਾ ਹੈ। ਤੁਸੀਂ ਸਿੰਪਲ ਲੈਵਲ ਤੇ ਬਾਤ ਕਰੋ ਕਿ ਕਹਿੰਦੇ ਨੇ ਪੰਛੀ ਜਦੋਂ ਸ਼ਾਖ ਤੇ ਬੈਠਾ ਹੁੰਦਾ ਆ ਤੇ ਬੜਾ ਬੇਫਿਕਰ ਹੁੰਦਾ ਆ, ਬਿਲਕੁਲ ਪਰਵਾਹ ਨਹੀਂ ਉਹਨੂੰ ਕਿਸੇ ਕਿਸਮ ਦੀ। ਹਾਲਾਂਕਿ ਹੋ ਸਕਦਾ ਸ਼ਾਖ ਬੜੀ ਪਤਲੀ ਹੋਏ ਤੇ ਟੁੱਟ ਜੇ, ਟੁੱਟ ਕੇ ਡਿੱਗ ਜੇ। ਉਹ ਕਹਿੰਦੇ ਨਹੀਂ ਨਹੀਂ, ਉਹਨੂੰ ਸ਼ਾਖਾ ਤੇ ਨਹੀਂ ਭਰੋਸਾ ਹੁੰਦਾ, ਨਾ ਸ਼ਾਖ ਦੀ ਪਰਵਾਹ ਕਰਦਾ, ਉਹਨੂੰ ਭਰੋਸਾ ਹੁੰਦਾ ਆਪਣੇ ਵਿੰਗਸ ਦੇ ਉੱਤੇ। A bird is actually having that kind of confidence. Yes, I have enough wing power, then ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜਿਹੜਾ ਇਹੀ ਹੈ ਰੱਬ ਤੇ ਵਿਸ਼ਵਾਸ, ਉਹਨੇ ਜ਼ਿੰਦਗੀ ਦਿੱਤੀ ਹੈ, ਕਿਸੇ ਮਕਸਦ ਲਈ ਦਿੱਤੀ ਹੈ। ਜੀਆਂਗਾ ਇਹਨੂੰ, ਅਸੂਲ ਪਾਲਾਂਗਾ, ਸੱਚ ਤੇ ਪਹਿਰਾ ਦਿਆਂਗਾ, ਰਿਐਲਿਟੀ ਵਿੱਚ ਰਹਾਂਗਾ, ਵਿਜ਼ਡਮ ਨੂੰ ਯੂਜ਼ ਕਰਾਂਗਾ। ਦਿਸ ਇਜ਼ ਹੋਲ ਸਪਿਰਿਚੁਅਲਿਟੀ। ਗੁਰੂ ਅਰਜਨ ਸਾਹਿਬ ਇਜ਼ ਗਿਵਿੰਗ ਚਿੱਤਹਿ ਨਾ ਬਿਸਰੈ, ਇਹ ਚੀਜ਼ ਕਦੀ ਵਿਸਰੇ ਨਾ ਚਿੱਤ ਵਿੱਚੋਂ, ਜਾਵੇ ਨਾ। ਤੇ ਸਭ ਕਹਿੰਦੇ ਕਾਹੂ ਬੇਰਾ ਕਿਸੇ ਵਕਤ ਵੀ, ਤੂੰ ਜੀਵਨ ਤੂੰ ਪ੍ਰਾਣ ਆਧਾਰ। ਇਹ ਆਈਡੀਅਲ ਥਾਟ ਮੇਰਾ ਜੀਵਨ ਹੈ, ਮੇਰੇ ਪ੍ਰਾਣਾਂ ਦਾ ਆਧਾਰ ਆ। ਅਦਰਵਾਈਜ਼ ਲਾਈਫ ਇਜ਼ ਫੁੱਲ ਵਿਦ ਮਿਜ਼ਰੀ। ਆਈ ਡੋਂਟ ਵਾਂਟ ਟੂ ਲਿਵ ਦੈਟ ਲਾਈਫ ਵਿਦਾਊਟ this school, without this teachings of actually Sikhi schools. No, I don't want to live my life. Guru Arjan Sahib is saying in this shabad, Maharaj saying, tu jeevan tu pran adhara, tujhi pek pek man sadhara। ਮੇਰਾ ਮਨ ਸੁਧਾਰ ਗਿਆ, ਭਾਵ ਉਹਦੇ 'ਚ ਚੰਗੇਰਾਪਨ ਆ ਗਿਆ। ਕਿਉਂ ਆ ਗਿਆ? ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਇੰਨੀ ਵਾਰ ਨਿਹਾਰ ਲਿਆ, ਵੇਖ ਲਿਆ, ਮੈਂ ਕਮਿਟਮੈਂਟ ਕਰ ਲਿਆ, ਲਾਈਫ ਜੀਣੀ ਹੈ ਤੇ ਐਵੇਂ ਜੀਣੀ ਹੈਗੀ ਹੈ। ਅਗਲਾ ਬਚਨ ਲਿਖਿਆ, ਬੈ ਖਰੀਦ ਹੋਂ ਦਾਸਰੋ ਤੇਰਾ, ਮੈਂ ਤੇਰਾ ਮੁੱਲ ਖਰੀਦਾ ਨੌਕਰ ਹਾਂ, ਸਰਵੈਂਟ ਹਾਂ, ਸੈਲਫਲੈਸ ਸਰਵਿਸ ਪ੍ਰੋਵਾਈਡ ਕਰਨ ਵਾਸਤੇ ਰੈਡੀ ਹਾਂ। ਮੈਨੂੰ ਭਰੋਸਾ ਤੇਰੇ ਤੇ ਹੈ ਤੇ ਅਸੂਲਨ ਜੋ ਕੰਮ ਹੈ ਕਰਨਾ ਹੈ, ਬਾਕੀ ਤੂੰ ਭਲਾ ਕਰੇਗਾ। ਉਹਦੀ ਬਾਤ ਹੋ ਰਹੀ ਹੈ, ਬੈ ਖਰੀਦ ਹੋਂ ਦਾਸਰੋ ਤੇਰਾ, ਤੂੰ ਭਾਰੋ ਠਾਕੁਰ ਗੁਣੀ ਗਹਿਰਾ। ਬਾਕੀ ਤੂੰ ਬੜਾ ਵੱਡਾ ਬੇਅੰਤ ਆ। ਅੱਜ ਕਈ ਵਾਰ ਅਸੀਂ ਗੱਲ ਕੀਤੀ ਹੈ, ਪੀਪਲਸ ਆਸਕ ਅਸ, ਯੂ ਆਰ ਅ ਬਲੀਵਰ, ਸੋ ਕੈਨ ਯੂ explain what is God, and can you prove even God exists in this world or not? ਬਾਣੀ ਕਹਿੰਦੀ ਅਸੀਂ ਕੌਣ ਹੁੰਦੇ ਆ ਪ੍ਰੂਵ ਕਰਨ ਵਾਲੇ, ਸਾਡੀ ਕੀ ਪਾਇਆ ਆ। ਤੂੰ ਭਾਰੋ ਠਾਕੁਰ ਗੁਣੀ ਗਹਿਰਾ, ਕੋਟ ਦਾਸ ਜਾਂ ਕੈ ਦਰਬਾਰੇ। ਉਹ ਤੇ ਕਿਸੇ ਦਿਨ ਬਾਤ ਹੋਈ, we will discuss whole cosmos according to Gurbani and according to today's science, how they're coming parallel on the same level. And if we discuss both things properly, then definitely our belief system is going to be on that higher level where we're going to enjoy the real, you can say, mysticness, ਜਿਹੜੀ ਅਸਲ ਰਹੱਸਵਾਦਤਾ ਹੁੰਦੀ ਹੈ। ਇਹ ਜਿਹੜੀ ਬਾਤ ਆ ਰਹੀ ਹੈ, ਮਹਾਰਾਜ ਜ਼ਿਕਰ ਕਰਦੇ ਕਿ ਜਦੋਂ ਕੋਟ ਦਾਸ ਜਾਂ ਕਹਿ ਦਰਬਾਰੇ, ਉਹਦੇ ਸਾਹਮਣੇ ਸਭ ਕੁਝ ਉਹਦਾ ਦਾਸ ਰੂਪ ਵਿੱਚ ਹੈ। ਨਿਮਕ ਨਿਮਕ ਵਸੈ ਤਿਨ ਨਾਲੇ, ਹੇ ਮਾਲਕ ਮੇਰੇ ਤੇ ਤਰਸ ਕਰੀ, ਮੈਂ ਹਮੇਸ਼ਾ ਤੇਰੇ ਨਾਲ ਵਸਦਾ ਰਹਾ। ਹਾਉ ਕਿਛ ਨਾ ਹੀ ਸਭ ਕਿਛ ਤੇਰਾ, ਮੈਂ ਕੁਝ ਵੀ ਨਹੀਂ, ਕਰਨ ਕਰਾਉਣ ਵਾਲਾ ਤੂੰ ਹੀ ਹੈ ਬਸ। ਮੇਰੀ ਕੀ ਪਾਇਆ, ਹਾਉ ਕਿਛ ਨਾ ਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ। ਹੇ ਨਾਨਕ ਕਹਿ ਓਤ ਪੋਤ ਹੁੰਦਾ ਹੈ ਪੂਰਨ ਰੂਪ ਦੇ ਵਿੱਚ ਪਰੁਚਿਆ ਹੋਇਆ, ਜਿਹਨੂੰ ਅਸੀਂ ਇੱਕ ਵਰਡ ਓਮਨੀ ਪ੍ਰੈਜ਼ੈਂਟ ਕਹਿ ਦਿੰਦੇ ਹੈਗੇ ਆ, ਜਿਹਦੀ ਅਹਿਸਾਸੀਅਤ ਸਾਡੀ ਸੁਰਤਿਆਬਤਾ ਦੇ ਵਿੱਚ ਹਰ ਵਕਤ ਕਾਇਮ ਦਾਇਮ ਤੇ ਮੌਜੂਦ ਆ। ਅਕਾਲ ਪੁਰਖ ਵਾਹਿਗੁਰੂ ਕਦੀ ਸਾਡੇ ਅਹਿਸਾਸ ਵਿੱਚੋਂ ਨਾ ਵਿਸਰੇ, ਬਾਣੀ ਦਾ ਇਹੀ ਵਾਰ-ਵਾਰ ਮਕਸਦ ਆ। ਤੇ ਇਹੀ ਮਕਸਦ ਨੂੰ ਅਸੀਂ ਜਿਹੜਾ ਹੈਗਾ ਗੁਰਬਾਣੀ ਨੂੰ ਪੜ੍ਹਦਿਆਂ ਸੁਣਦਿਆਂ ਹੋਇਆਂ ਆਪਣੀ ਸੁਰਤ ਦੇ ਵਿੱਚ ਬੀਜਣਾ ਹੈ।
कोविड-19 की सिचुएशन दे विच यही दिली अरदास, मालक सानू तेरा एहसास कदी ना भुले, तेरी याद कदी ना भुले। बाकी ये है जिवें तैनूं पाउंदा आ उसी रज़ा विच सानू राज़ी रखी। तरस करी समुची मानवता ते समुची मानवता तेरे एहसास तो किते दूर ना रहे। बस ये भी एक दिली दुआ आ। अज वास्ते इत्थे समाप्ति, भुलां गलतियां ना चितारनियां। ढाडी वीर आ गए ने, अगला प्रोग्राम वो सरवण कराउणगे। गुरुद्वारा साहब तो लंगरां दी सेवा लगातार चल रही है। सैकड़े जिहड़े ने जी इत्थों हर रोज़ लंगर बड़ा जिहड़ा प्रॉपर पैक्ड होया मिलदा वो लैके जा रहे हैं। जिहड़ी कांग्रीगेशन की सिचुएशन है साडी, वो असी कांग्रीगेशन जिवें रूटीन च अगे करते सी वो नहीं है। मोस्टली तो सोशल मीडिया ते टैलीविजन राही हुंदी है। एक टाइम दे दरबार दे विच 5 तो वध जीआं नूं असीं आमद वास्ते ना अलाउ करते हैं ना प्रेरते हैं। हाँ, किसी ने आना मत्था टेकना है, 2 मीटर का फासला रख के मत्था टेको, अपनी जो हैगा आस्था भेंट करो। तो तुसी जे लंगर छकना है, लंगर लैके उत्तों बनया होया रेडी लंगर आ। स्टाफ लगातार मेहनत कर रहा, हर जिहड़ा हाइजीन का प्रॉपर ख्याल रखा जाता है, हर तरीके दे नाल। एवरीथिंग इज़ एक्चुअली अकॉर्डिंग टू जो लीगल प्रोसैस आ उन्होंने फॉलो करदे हैं की जा रही है। तो जो शब्द कीर्तन की सेवा आ संगतां दी वड्डे लैवल ते डिमांड है। I wasn't aware that how much actually impact global, especially social media can bring. I'm actually experiencing right now. हालांकि मैं तो बड़ा अपने रिजर्व लैवल ते रहने वाला बंदा सीगा, पर सोशल मीडिया के जरिए जिन्नी दूर तक संगत सुन रही है, देख रही है, वो भी एक इमेजिन करने वाली एक जी है इमेज्ड, खास करके अमेज्ड कर देने वाली चीज़ है साढ़े वास्ते। सो अज वास्ते इत्थे जी है समाप्ति करते हैं। भुलां गलतियां लई गुस्ताखी लई माफ़ी, सब प्रेम कह देना जी। वाहिगुरू जी का खालसा।